ਸਤਿ ਸ਼੍ਰੀ ਅਕਾਲ ਜੀ। दैनिक सवेरा टीवी देख रहे हो तुसी। मैं हाँ विनित कपूर और दिल्ली ਦੇ ਵਿੱਚ 4 ਤਰੀਕ ਨੂੰ ਕਾਂਗਰਸ ਪਾਰਟੀ ਜਿਹੜੀ ਹੈ ਉਹ ਵੱਧਦੀ ਮਹਿੰਗਾਈ ਦੇ ਵਿਰੋਧ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕਰਨ ਜਾ ਰਹੀ ਹੈ ਔਰ ਜਿਸ ਢੰਗ ਦੀ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਉਸੇ ਪ੍ਰੋਟੈਸਟ ਨੂੰ ਲੈ ਕੇ ਰਣਨੀਤੀ ਜਿਹੜੀ ਹੈ ਉਹ ਬਣਾਈ ਗਈ ਹੈ। ਕਾਂਗਰਸ ਭਵਨ ਪੰਜਾਬ ਦੇ ਵਿੱਚ ਮੌਜੂਦ ਹਾਂ ਕਿਉਂਕਿ ਸਮੁੱਚੀ ਜਿਹੜੀ ਦੇਸ਼ ਦੀ ਕਾਂਗਰਸ ਹੈ ਉਹ ਉਸ ਦਿਨ ਦਿੱਲੀ ਦੇ ਵਿੱਚ ਮੌਜੂਦ ਰਹੇਗੀ ਜਿਸ ਦਿਨ ਆ ਵਿਰੋਧ ਪ੍ਰਦਰਸ਼ਨ ਹੋਣਾ ਹੈ। ਉਸੇ ਦੀ ਰਣਨੀਤੀ ਬਣਾਈ ਜਾ ਰਹੀ ਹੈ ਕਿ ਕਿਸ ਢੰਗ ਦੇ ਨਾਲ ਕਾਂਗਰਸ ਦੇ ਲੀਡਰ ਜਿਹੜੇ ਨੇ ਦਿੱਲੀ ਜਾਣਗੇ ਕਿ ਕੁਝ ਰਣਨੀਤੀ ਜਿਹੜੀ ਆ ਉਹਨਾਂ ਦੀ ਰਹਿਣ ਵਾਲੀ ਹੈ। ਵੱਖ-ਵੱਖ ਲੀਡਰ ਜਿਹੜੇ ਨੇ ਇੱਥੇ ਮੌਜੂਦ ਸੀ ਜਿਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਉਹਨਾਂ ਦੀ ਮੀਟਿੰਗ ਹੋਈ ਹੈ ਔਰ ਮੀਟਿੰਗ ਤੋਂ ਬਾਅਦ ਆ ਲੀਡਰ ਜਿਹੜੇ ਨੇ ਹੁਣ ਬਾਹਰ ਆਉਂਦੇ ਹੋਏ ਵੀ ਨਜ਼ਰ ਆ ਰਹੇ ਨੇ। ਤਸਵੀਰਾਂ ਤੁਹਾਨੂੰ ਲਗਾਤਾਰ ਵਿਖਾ ਰਹੇ ਹਾਂ ਕਾਂਗਰਸ ਭਵਨ ਦੀਆਂ ਤਸਵੀਰਾਂ ਨੇ ਜਿੱਥੇ ਮੀਟਿੰਗ ਖਤਮ ਹੋ ਚੁੱਕੀ ਹੈ। ਮੀਟਿੰਗ ਤੋਂ ਬਾਅਦ ਲੀਡਰ ਜਿਹੜੇ ਨੇ ਉਹ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਕਾਂਗਰਸ ਦੇ ਆਪਣੇ ਵੀ ਕਈ ਮਸਲੇ ਨੇ ਉਹਨਾਂ ਨੂੰ ਲੈ ਕੇ ਵੀ ਇਸ ਬੈਠਕ ਦੇ ਵਿੱਚ ਚਰਚਾ ਹੋਈ ਹੈ। ਤੁਸੀਂ ਤਸਵੀਰਾਂ ਦੇ ਵਿੱਚ ਵੀ ਵੇਖ ਸਕਦੇ ਹੋ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਦੇ ਨਾਲ ਹੋਰ ਲੀਡਰ ਜਿਹੜੇ ਨੇ ਉਹ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਨੇ। ਬਾਜਵਾ ਸਾਹਿਬ ਕੀ ਰਣਨੀਤੀ ਬਣੀ ਹੈ ਜੀ? हरीश जी दर्शनगे सर महंगाई को लेकर क्या रणनीति बनी है? रणनीति क्या आज क्या की गई है महंगाई को लेकर? सानू राधा जी करेंगे सारी ब्रीफ एक मिनट वो करेंगे एक मिनट। ਹਰੀਸ਼ ਚੌਧਰੀ ਜਿਹੜੇ ਨੇ ਉਹ ਵੇਰਵਾ ਦਿੰਦੇ ਹੋਏ ਨਜ਼ਰ ਆਣਗੇ ਕਿ ਮੀਟਿੰਗ ਦੇ ਵਿੱਚ ਕੀ ਰਣਨੀਤੀ ਬਣੀ ਹੈ। ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹ ਬਾਹਰ ਆਉਂਦੇ ਹੋਏ ਨਜ਼ਰ ਆਏ। ਇਸ ਤੋਂ ਇਲਾਵਾ ਹੋਰ ਲੀਡਰਾਂ ਦੀ ਜੇਕਰ ਗੱਲ ਕਰੀਏ ਉਹ ਵੀ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਨੇ। ਇੱਕ ਇੱਕ ਕਰਕੇ ਤੁਹਾਨੂੰ ਤਸਵੀਰ ਜ਼ਰੂਰ ਵਿਖਾ ਦਿੰਦੇ ਹਾਂ ਕਿ ਕਿਸ ਢੰਗ ਦੀ ਤਸਵੀਰ ਇੱਥੇ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਬੈਠਕ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ। ਬੈਠਕ ਖਤਮ ਹੋਣ ਤੋਂ ਬਾਅਦ ਇੱਕ ਇੱਕ ਕਰਕੇ ਲੀਡਰ ਜਿਹੜੇ ਨੇ ਉਹ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਨੇ। ਤਸਵੀਰਾਂ ਜਿਹੜੀਆਂ ਨੇ ਉਹ ਜ਼ਰੂਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਢੰਗ ਦੀ ਤਸਵੀਰਾਂ ਇੱਥੇ ਵੇਖਣ ਨੂੰ ਮਿਲ ਰਹੀਆਂ ਨੇ। ਕਿ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਕਾਂਗਰਸ ਦੀ ਮੀਟਿੰਗ ਖਤਮ ਹੋਈ। ਹਾਲਾਂਕਿ ਪ੍ਰਤਾਪ ਬਾਜਵਾ ਅੱਜ ਨਹੀਂ ਬੋਲੇ। ਸਵੇਰੇ ਜ਼ਰੂਰ ਉਹਨਾਂ ਨੇ ਕਈ ਮਸਲਿਆਂ ਨੂੰ ਲੈ ਕੇ ਰਿਐਕਸ਼ਨ ਦਿੱਤਾ ਸੀ ਲੇਕਿਨ ਹੁਣ ਉਹ ਕਹਿੰਦੇ ਨਜ਼ਰ ਆਏ ਨੇ ਕਿ ਪ੍ਰਭਾਰੀ ਜਿਹੜੇ ਨੇ ਉਹੀ ਬੈਠਕ ਬਾਰੇ ਜਾਣਕਾਰੀ ਦਿੰਦੇ ਨਜ਼ਰ ਆਣਗੇ ਕਿ ਬੈਠਕ ਦੇ ਵਿੱਚ ਕੀ ਕੁਝ ਰਣਨੀਤੀ ਬਣੀ ਹੈ ਕਿਉਂਕਿ ਇੱਕ ਪਾਸੇ ਕਾਂਗਰਸ ਦੀ ਜਿਹੜੀ ਮਹਿੰਗਾਈ ਨੂੰ ਲੈ ਕੇ ਪ੍ਰੋਟੈਸਟ ਦੀ ਰਣਨੀਤੀ ਉਹ ਇੱਕ ਵੱਡਾ ਮਸਲਾ ਬਣਿਆ ਔਰ ਦੂਜਾ ਮਸਲਾ ਜਿਹੜਾ ਕਾਂਗਰਸ ਦੇ ਵਿੱਚ ਲਗਾਤਾਰ ਪਲਾਇਨ ਦਾ ਸਿਲਸਿਲਾ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਔਰ ਨਾਲੋਂ ਨਾਲ ਜਿਹੜੇ ਸਰਕਾਰ ਦੀ ਤਰਫੋਂ ਕਾਰਵਾਈ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਵੀ ਜਿਹੜੀ ਗੱਲਬਾਤ ਹੋਈ ਹੈ ਇਸ ਮੀਟਿੰਗ ਦੇ ਵਿੱਚ ਤੁਹਾਨੂੰ ਤਸਵੀਰਾਂ ਜ਼ਰੂਰ ਵਿਖਾ ਰਹੇ ਹਾਂ। ਜਿਸ ਢੰਗ ਦੀਆਂ ਤਸਵੀਰਾਂ ਜਿਹੜੀਆਂ ਨੇ ਇੱਥੇ ਵੇਖਣ ਨੂੰ ਮਿਲ ਰਹੀਆਂ ਨੇ ਲੀਡਰ ਜਿਹੜੇ ਨੇ ਉਹ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਨੇ। ਇੱਕ ਇੱਕ ਤਸਵੀਰ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਬਕਾ ਵਿਧਾਇਕ ਜਿਨ੍ਹਾਂ ਨੇ ਚੋਣ ਲੜੇ ਸੀ 2022 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਸੱਦਿਆ ਗਿਆ ਸੀ। ਮੌਜੂਦਾ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਸੱਦਿਆ ਗਿਆ ਸੀ। ਐਮਪੀ ਜਿਹੜੇ ਨੇ ਉਹਨਾਂ ਨੂੰ ਸੱਦਿਆ ਗਿਆ ਸੀ। ਵੱਡੀ ਬੈਠਕ ਹੋਈ ਪਿਛਲੇ ਕਾਫੀ ਦੇਰ ਤੋਂ। ਆ ਬੈਠਕ ਜਿਹੜੀ ਹੈ ਇਸੇ ਤਰ੍ਹਾਂ ਨਾਲ ਜਾਰੀ ਸੀ। ਤਕਰੀਬਨ 11 ਵਜੇ ਦੇ ਆਸ-ਪਾਸ ਆ ਬੈਠਕ ਸ਼ੁਰੂ ਹੋਈ ਔਰ 2 ਵਜੇ ਦੇ ਆਸ-ਪਾਸ ਆ ਬੈਠਕ ਜਿਹੜੀ ਹੈ ਖਤਮ ਹੋਈ ਹੈ। ਬੈਠਕ ਖਤਮ ਹੋਣ ਤੋਂ ਬਾਅਦ ਵੀ ਜਿਹੜੇ ਲੀਡਰ ਨੇ ਉਹ ਵੀ ਪ੍ਰਧਾਨ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ। ਪ੍ਰਧਾਨ ਜੀ ਕੀ ਰਣਨੀਤੀ ਬਣੀ ਹੈ? ਕਿਸ ਤਰ੍ਹਾਂ ਦੀ ਬੈਠਕ ਰਹੀ? ਕੀ ਕੁਝ ਰਣਨੀਤੀ ਹੈ? ਪੰਜਾਬ ਦੇ ਲੀਡਰਾਂ ਦੀ ਕੀ ਜ਼ਿੰਮੇਵਾਰੀ ਲਾਈ ਗਈ ਹੈ? रणनीति ये है कि अज की जी बैठक सी वो महंगाई के खिलाफ हल्ला बोल जी साडी रैली रामलीला मैदान दे विच 4 तरीक नूं होण जा रही है और ये मतलब चर्चावां रहियां और किस तरह उत्थे पहुंचना है असी लोगों ने वो चर्चा रही और तमाम साथियों ने अपनी अपनी जिम्मेदारी संभालदियां होइयां असी 3 तरीक नूं रात नूं इत्थों ਜਿਹੜੇ ਲੋਕ ਹੈ ਉਹ ਚੱਲਣਗੇ ਵੱਖ-ਵੱਖ ਵਿਧਾਨ ਸਭਾ ਚੋਂ ਬੱਸਿਸ ਦੇ ਰਾਹੀਂ ਵਾਹੀਕਲਸ ਦੇ ਰਾਹੀਂ ਜਿਵੇਂ ਜਿਵੇਂ ਕਨਵੀਨੀਅੰਟ ਹੋਊਗਾ। ਕੋਈ ਟ੍ਰੇਨ ਤੇ ਜਾਣਾ ਚਾਹੂਗਾ ਲੇਕਿਨ ਅਸੀਂ तमाम ਲੋਕ ਉੱਥੇ ਪਹੁੰਚਾਂਗੇ ਔਰ ਅਗਲੇ ਦਿਨ 11 ਵਜੇ ਰਾਮਲੀਲਾ ਮੈਦਾਨ ਦੇ ਵਿੱਚ ਸ਼ਮੂਲੀਅਤ ਹੋਊਗੀ ਔਰ ਮੈਨੂੰ ਲੱਗਦਾ ਹੈ ਕਿ ਤਕਰੀਬਨ 10 ਤੋਂ 12 ਹਜ਼ਾਰ ਲੋਕ ਜਿਹੜੇ ਆ ਪੰਜਾਬ ਤੋਂ ਉਸ ਰੈਲੀ 'ਚ ਸ਼ਮੂਲੀਅਤ ਕਰਨਗੇ। 1.5 ਲੱਖ ਵਿਅਕਤੀ ਪੂਰੇ ਦੇਸ਼ ਚੋਂ ਕਿਉਂਕਿ ਮਹਿੰਗਾਈ ਹਰੇਕ ਵਰਗ ਦਾ ਮੁੱਦਾ ਹੈ ਔਰ ਅੱਜ ਦਾ ਅਹਿਮ ਮੁੱਦਾ ਮਹਿੰਗਾਈ ਹੈ। ਸੋ ਉਹਦੇ ਤੇ ਅਸੀਂ ਚਰਚਾ ਕਰਾਂਗੇ ਆਪਦੀ ਗੱਲ ਰੱਖਾਂਗੇ ਔਰ ਸਰਕਾਰ ਨੂੰ ਘੇਰਾਂਗੇ। ਇਹ तमाम ਚਰਚਾ ਰਹੀ। ਹੋਰ ਵੀ ਇੱਕ ਦੋ ਮੁੱਦੇ ਸੀਗੇ। ਇਨਡਿਸਪਲਿਨ ਦਾ ਗੱਲ ਰਹੀ ਔਰ ਕਿਸ ਤਰ੍ਹਾਂ ਅਗਲੇ ਸਮੇਂ ਦੇ ਵਿੱਚ ਅਸੀਂ ਆਉਣ ਵਾਲੇ ਸਮੇਂ 'ਚ ਲੜਾਈ ਲੜਨੀ ਹੈ ਕੀ ਹੋਣਾ ਚਾਹੀਦਾ ਹੈ ਉਹ तमाम ਮੁੱਦਿਆਂ ਤੇ ਚਰਚਾ ਰਹਿ ਕੇ ਮੀਟਿੰਗ ਦਾ ਰੂਪ ਇਹ ਹੋਇਆ ਕਿ ਇੱਕ ਤਾਂ ਅਸੀਂ ਸਾਰਿਆਂ ਨੇ ਉੱਥੇ ਜਾਣਾ ਹੈ, ਦੂਸਰਾ ਰੈਲੀ 'ਚ ਜਾਣਾ ਹੈ, ਦੂਸਰਾ ਜਿਹੜੀ 8 ਤਰੀਕ ਨੂੰ ਭਾਰਤ ਜੋੜੋ ਜਿਹੜੀ ਯਾਤਰਾ ਹੈ
ਉਹ ਰਾਹੁਲ ਗਾਂਧੀ ਸ਼ੁਰੂ ਕਰਨ ਲੱਗੇ ਆ ਤੇ ਅਸੀਂ ਵੀ 8 ਤਰੀਕ ਨੂੰ ਸਵੇਰ 8 ਵਜੇ ਹਰੇਕ ਬਲਾਕ ਦੇ ਵਿੱਚ 5 ਤੋਂ 10 ਕਿਲੋਮੀਟਰ ਦੀ ਇੱਕ ਯਾਤਰਾ ਦੇ ਰੂਪ ਦੇ ਵਿੱਚ ਹਰ ਬਲਾਕ ਦੇ ਵਿੱਚ ਕੱਢਾਂਗੇ ਤਾਂ ਜੋ ਉਹਦੀ ਸ਼ੁਰੂਆਤ ਹਰ ਬਲਾਕ ਚੋਂ ਹੋਵੇ। ਫਿਰ ਮੇਰਾ ਖਿਆਲ ਜਨਵਰੀ ਦੇ ਮਹੀਨੇ 'ਚ ਉਹ ਯਾਤਰਾ 13 ਦਿਨ ਵਾਸਤੇ ਪੰਜਾਬ ਦੇ ਵਿੱਚ ਅੰਬਾਲਾ ਤੋਂ ਹੁੰਦੀ ਹੋਈ ਉਹ ਯਾਤਰਾ ਅਸੀਂ ਵਾਇਆ ਪਠਾਨਕੋਟ ਹੁੰਦੇ ਉਹ ਜੰਮੂ ਕਸ਼ਮੀਰ ਦੇ ਵਿੱਚ ਉਹਦਾ ਸਮਾਪਤ ਜਿਹੜਾ ਹੋਏਗਾ ਉਹ ਹੋਏਗਾ। ਸੋ ਉਹ तमाम ਚਰਚਾਵਾਂ ਰਹੇ। ਤੁਸੀਂ ਡਿਸਪਲਿਨ ਦੀ ਗੱਲ ਕੀਤੀ ਹੈ, ਸੁਖਪਾਲ ਖਹਿਰਾ ਨੂੰ ਨੋਟਿਸ ਭੇਜਿਆ ਗਿਆ ਜਿਸ ਫੰਡ ਦੇ ਨਾਲ, ਹੋਰ ਕਿਹੜੇ ਲੀਡਰ ਨੇ ਜਿਹੜੇ ਸੂਚੀ ਦੇ ਵਿੱਚ ਆਏ ਨੇ? ਸੂਚੀ ਨਹੀਂ, ਇਹਦੇ 'ਚ ਚਰਚਾ ਹੋਈ। ਮੈਡਮ ਪਰਨੀਤ ਕੌਰ ਦੀ ਵੀ ਚਰਚਾ ਰਹੀ ਕਿ ਕਿੱਦਾਂ ਉਹ, ਮੈਂ ਕਿਹਾ ਆਲਰੇਡੀ ਮੈਡਮ ਪਰਨੀਤ ਕੌਰ ਜੀ ਸਾਡੀ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ ਹਨ, ਇਹ ਮੈਂ ਪਹਿਲਾਂ ਵੀ ਕਲੀਅਰ ਕਰ ਚੁੱਕਿਆ। ਕੁਝ ਲੋਕਾਂ ਨੇ ਕਿਹਾ ਕਿ ਉਹਦੀ ਚਿੱਠੀ ਕੱਢ ਦਿੱਤੀ ਜਾਵੇ, ਬਕਾਇਦਾ ਤੌਰ ਤੇ CLP ਤੇ तमाम ਲੀਡਰ ਸਾਹਿਬਾਨਾਂ ਨੇ ਇਹ ਸਹਿਮਤੀ ਜਤਾਈ ਹੈ ਕਿ ਆਪਾਂ ਚਿੱਠੀ ਵੀ ਕੱਢ ਦਿੱਤੀ ਜਾਵੇ ਤੇ ਦਿੱਲੀ ਨੂੰ ਵੀ ਉਹਦੀ ਇਤਲਾਹ ਦੇ ਦਿੱਤੀ ਜਾਵੇ। ਮੈਂ ਦੁਬਾਰਾ ਫਿਰ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਕਿ ਮੈਡਮ ਪਰਨੀਤ ਕੌਰ ਜੀ ਸਾਡੇ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ ਹਨ। ਬੇਸ਼ੱਕ ਕੋਈ ਐਵੇਂ ਕਹਿੰਦਾ ਰਵੇ ਆਪਦੇ ਮਨ 'ਚ, ਲੇਕਿਨ ਸ਼ੀ ਇਜ਼ ਨੋ ਮੋਰ ਅ ਪਾਰਟ ਆਫ ਦਾ ਕਾਂਗਰਸ ਪਾਰਟੀ। ਸੋ ਸੰਦੀਪ ਜਾਖੜ ਤੇ ਕੋਈ ਇਸ ਤਰ੍ਹਾਂ ਦਾ ਫੈਸਲਾ ਨਹੀਂ ਲਿਆ ਗਿਆ ਹਜੇ ਤੱਕ, ਲੇਕਿਨ ਇਹ ਗੱਲ ਤੈਅ ਹੈ ਕਿ ਸੰਦੀਪ ਜਾਖੜ ਜੀ ਜਿੱਥੇ ਤਿਰੰਗਾ ਝੰਡਾ ਜਿਨ੍ਹਾਂ ਦੇ ਘਰ ਤੇ ਤਿਰੰਗਾ ਝੰਡਾ ਦੀ ਥਾਂ ਤੇ ਕਾਂਗਰਸ ਦੇ ਝੰਡੇ ਦੀ ਥਾਂ ਤੇ BJP ਦਾ ਝੰਡਾ ਲਹਿਰਾ ਰਿਹਾ ਹੈ, ਉਸੇ ਘਰ ਦੇ ਵਿੱਚ ਸੰਦੀਪ ਜਾਖੜ ਜੀ ਰਹਿ ਰਹੇ ਨੇ। ਔਰ ਮੈਨੂੰ ਲੱਗਦਾ ਕਿ ਸੰਦੀਪ ਜਾਖੜ ਜੀ ਵੀ ਅੱਜ ਕੱਲ ਜਿਸ ਤਰ੍ਹਾਂ ਉਹਨਾਂ ਨੇ ਹਰ ਘਰ ਪੇ ਤਿਰੰਗਾ ਮੁਹਿੰਮ ਵਿੱਢੀ, ਕਿਉਂਕਿ ਅਸੀਂ ਤਾਂ ਤਿਰੰਗਾ ਯਾਤਰਾ ਕੀਤੀ, ਉਹ ਵੀ BJP ਦੀ ਜਿਹੜੀ ਬੋਲੀ ਬੋਲਦੇ ਆ। ਅਸੀਂ ਉਹਨਾਂ ਨੂੰ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਕਿਰਪਾ ਕਰਕੇ ਤੁਸੀਂ ਅਗਰ BJP ਦਾ ਦਾਮਨ ਸਾਹਮਣੇ ਤੁਸੀਂ ਸੰਭਾਲਣਾ ਹੀ ਹੈ ਤਾਂ ਉਹਨੂੰ ਜਲਦ ਸੰਭਾਲ ਲਿਆ ਜਾਵੇ। ਵਾਰ-ਵਾਰ ਅਸੀਂ ਕਹਿੰਦੇ ਕਿ ਜਦੋਂ ਜਾਣਾ ਹੀ ਹੈ BJP ਦੇ ਵਿੱਚ ਫਿਰ ਅਸਤੀਫਾ ਦਿੱਤਾ ਜਾਵੇ ਤੇ ਦੁਬਾਰਾ ਚੁਣਾਵ ਲੜਿਆ ਜਾਵੇ। ਅਸੀਂ ਉਡੀਕ ਰਹੇ ਹਾਂ ਕਿ ਉਹ ਖੁਦ ਬ ਖੁਦ ਜਾਣ ਤੇ ਦੁਬਾਰਾ ਇਲੈਕਸ਼ਨ ਹੋਵੇ ਤਾਂ ਜੋ ਹਰ ਇੱਕ ਨੂੰ ਆਪਣੀ ਜ਼ੋਰ ਦਾ ਪਤਾ ਲੱਗ ਜੇ। ਲੇਕਿਨ ਉਹ ਉਡੀਕ ਰਹੇ ਕਿ ਸਾਨੂੰ ਜਲਦੀ ਕੱਢ ਦਿੱਤਾ ਜਾਵੇ। ਜੇ ਕੱਢ ਦਿੱਤਾ ਜਾਵੇਗਾ ਤਾਂ ਫਿਰ ਮੈਂ ਕਹੂੰਗਾ ਕਿ ਮੈਨੂੰ ਤਾਂ ਕੱਢ ਦਿੱਤਾ ਗਿਆ, ਮੇਰੇ ਤੇ ਕਾਨੂੰਨ ਉਹ ਲਾਗੂ ਨਹੀਂ ਹੁੰਦਾ। ਇਸ ਕਰਕੇ ਬਾਈ ਇਲੈਕਸ਼ਨ ਤੋਂ ਡਰਦੇ ਮਾਰੇ, ਬਚਣ ਦੇ ਮਾਰੇ ਉਹ ਪਾਰਟੀ 'ਚ ਹੈਗੇ। ਅਦਰਵਾਈਜ਼ ਉਹ BJP ਦੀ ਪੂਰਨ ਵਿਚਾਰਧਾਰਾ ਦੇ ਵਿੱਚ ਜੁੜ ਚੁੱਕੇ ਹੈ ਔਰ ਉਹਨਾਂ ਨੇ BJP ਦਾ ਜਿਹੜਾ ਝੰਡਾ ਆਪਦੇ ਘਰ ਤੇ ਲਹਿਰਾਤਾ ਹੈ। ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਵਿੱਚ ਇੱਕ ਫਿਰ ਸਾਹਮਣੇ ਆਈ ਕਿ ਗੋਲਡੀ ਬਰਾੜ ਜਿਹੜਾ ਹੈਗਾ ਉਹ 28 ਤਰੀਕ ਨੂੰ ਪਹਿਲਾਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸਿੱਧੂ ਮੂਸੇਵਾਲਾ ਨੂੰ, ਸਿਕਿਉਰਿਟੀ ਜਦੋਂ ਹਟਾਈ ਗਈ ਹੈ ਉਸੇ ਵਜ੍ਹਾ ਦੇ ਨਾਲ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ। ਦੇਖੋ ਇਸ ਗੱਲ 'ਚ ਤਾਂ ਦੋ ਰਾਏ ਨਹੀਂ, ਉਹ ਖੁਦ ਤੋਂ ਪਹਿਲੇ ਦਿਨ ਤੋਂ तमाम ਲੋਕ ਕਹਿੰਦੇ ਆ ਕਿ ਅਗਰ ਸਿਕਿਉਰਿਟੀ ਦਾ ਨਾ ਹਟਾਈ ਜਾਂਦੀ ਤਾਂ ਸ਼ਾਇਦ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਹੁੰਦੇ ਅੱਜ। ਇਸ ਗੱਲ 'ਚ ਤਾਂ ਤੁਸੀਂ ਸਭ ਲੋਕਾਂ ਨੇ ਦੇਖਿਆ, ਕਿਉਂਕਿ ਉਹ ਆਪਦੀ ਉਹਨਾਂ ਦੇ ਉਹਦੇ 'ਚ ਵੀ ਆਇਆ ਜਦੋਂ ਉਹਨਾਂ ਦੀ ਪੁੱਛ ਦੱਸ ਕੀਤੀ ਕਿ ਬਈ ਸਿਕਿਉਰਿਟੀ ਅੱਜ ਹਟ ਗਈ ਹੈ ਤੇ ਆਪਾਂ ਨੂੰ ਅੱਜ ਹੀ ਇੰਤਜ਼ਾਮਾਤ ਕਰਨਾ ਪਏਗਾ। ਸੋ ਬਾਕੀ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ, ਕੀ ਪੁਲਿਸ ਕਰ ਰਹੀ ਹੈ, ਕੀ ਨੂੰ ਧਮਕੀ ਆ ਰਹੀ ਹੈ, ਕਿੱਥੋਂ ਕੀ ਪੁਆਇੰਟਸ ਹੋਏ ਹੈ, ਉਹਦੇ ਤੇ ਤਾਂ ਪੁਲਿਸ ਡਿਪਾਰਟਮੈਂਟ ਹੀ ਵਿਸਤਾਰਪੂਰਵਕ ਦੱਸ ਸਕਦਾ। ਨਹੀਂ, ਮੇਰੀ ਸੁਖਪਾਲ ਖਹਿਰਾ ਜੀ ਨਾਲ ਕੋਈ ਨਹੀਂ ਜੀ, ਸੁਖਪਾਲ ਖਹਿਰਾ ਜੀ ਨੂੰ ਲੈ ਕੇ, ਮਨੀਸ਼ ਤਿਵਾੜੀ ਜੀ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋਈ। ਉਹਨਾਂ ਬਾਰੇ ਅਗਰ ਕੋਈ ਗੱਲਬਾਤ ਕਰਨੀ ਹੈ ਤਾਂ ਤੁਸੀਂ ਮੇਰੇ ਖਿਆਲ सेक्रेटरी इंचार्ज हरीश चौधरी जी। आप कह रहे हैं रानी परनीत कौर जी पार्टी का हिस्सा नहीं है, क्या आधिकारिक तौर पर इसका पत्र जारी कर दिया जाएगा? बिल्कुल पत्र जारी कर दिया जाएगा, लेकिन पत्रकारी जरने से भी पहले है कांग्रेस पार्टी का अध्यक्ष होने के नाते मैं आपको ये इतला दे रहा हूँ, शी इज नो मोर अ पार्ट ऑफ द कांग्रेस पार्टी। कब तक जारी कर दिया जाएगा सर? जल्दी। हमने वो पत्र तो 2 बार जारी किया हुआ ही है, एक पत्र है वो आपको, वो भी पत्र करके भी आपको दे देंगे। ਮਨੀਸ਼ ਸਿਸੋਦੀਆ ਦੇ ਖਾਤੇ ਖੁਲਾਏ ਗਏ ਨੇ, ਕੁਝ ਖਾਤੇ ਸੀਲ ਵੀ ਹੋਏ ਨੇ CBI ਦੀ ਤਰਫੋਂ, ਕੀ ਕਹਿਣਾ ਚਾਹੋਗੇ ਇਸ ਬਾਰੇ? मैं तो कह रहे हैं, मैं बार कह रहे हैं कि एजेंसीज का ठीक इस्तेमाल होना चाहिए, एजेंसीज का गलत इस्तेमाल नहीं हो रहा, चाहे वो CBI होवे, चाहे वो विजिलेंस होवे, चाहे वो ED होवे। आज का लोग एजेंसीज का गलत इस्तेमाल हो रहा है, एजेंसीज का सही काम वास्ते इस्तेमाल हो रहा है। जे कोई होना चाहिए, जे कोई
ਸਹੀ ਗੱਲ ਹੈ ਤਾਂ ਸਹੀ ਇਸਤੇਮਾਲ ਹੋਣਾ ਚਾਹੀਦਾ ਹੈ। ਬਿਲਕੁਲ ਕਿਸੇ ਨਾ ਵੈਂਡੇਟਾ पॉलिटिक्स ਤੇ ਬਦਲਾਖੋਰੀ ਦੀ ਭਾਵਨਾ ਨਾਲ ਏਜੰਸੀ ਦਾ सर भगवंत मान साहब कल हिमाचल प्रदेश में महिलाओं को लेकर गारंटी देने वाले हैं जो 1000 रुपए की, पहले गुजरात में उन्होंने घोषणा की, अब तो बस हिमाचल मेरी गुजारिश यही है मान साहब से, पहले यहाँ गारंटी पूरी करें फिर हिमाचल जाकर, मेरे को कोई एतराज नहीं। ਜਦੋਂ ਦੀ ਕੋਈ ਪੰਜਾਬ ਤੋਂ ਵਫਦ ਦਿੱਲੀ ਵੱਲੋਂ ਕੂਚ ਕਰਨ ਦੀ ਕੋਸ਼ਿਸ਼ ਕਰਦਾ, ਰਸਤੇ ਰੋਕੇ ਜਾਂਦੇ ਨੇ, ਜਿੱਦਾਂ ਕਿਸਾਨਾਂ ਨਾਲ ਹੋਇਆ ਸੀਗਾ, ਤੁਸੀਂ ਆਪ ਹੀ ਜਾਣਦੇ ਹੋ, ਪਾਣੀ ਦੀਆਂ ਧਾਰਾਂ ਮਾਰੀਆਂ ਜਾਂਦੀਆਂ, ਰਾਮਲੀਲਾ ਮੈਦਾਨ ਤੱਕ ਕਿਸੇ ਨੂੰ ਪਹੁੰਚ ਨਹੀਂ ਦਿੱਤਾ ਜਾਂਦਾ। ਆਸ਼ਾ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਨਾ ਹੋਏਗਾ, ਕਿਉਂਕਿ ਹਰ ਵਿਅਕਤੀ ਨੂੰ ਲੋਕਤੰਤਰ ਚ ਆਪਦੀ ਆਵਾਜ਼ ਬੁਲੰਦ ਕਰਨ ਦਾ ਹੱਕ ਹੈ ਔਰ ਅਸੀਂ ਲੋਕ ਮੁੱਦੇ ਨੂੰ ਲੈ ਕੇ ਅਸੀਂ ਰਾਮਲੀਲਾ ਮੈਦਾਨ 'ਚ ਇਕੱਠੇ ਹੋ ਰਹੇ ਹਾਂ। ਉਮੀਦ ਕਰਦੇ ਹਾਂ ਸਰਕਾਰ ਐਸਾ ਨਾ ਕਰੇਗੀ, ਅਗਰ ਹੋਏਗਾ ਤਾਂ ਤੁਹਾਨੂੰ ਲੋਕਾਂ ਨੂੰ ਅਸੀਂ ਪੂਰੀ ਜਾਣਕਾਰੀ ਦੇਵਾਂਗੇ। ਬਿਲਕੁਲ ਦੇਖੋ, ਸਿੱਧੇ ਤੌਰ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਹੋਏ ਨਜ਼ਰ ਆਏ ਕਿ ਜਿਸ ਢੰਗ ਦੇ ਨਾਲ ਪ੍ਰੋਟੈਸਟ ਦੀ ਰੂਪਰੇਖਾ ਜਿਹੜੀ ਆ ਉਹ ਤਿਆਰ ਕਰ ਦਿੱਤੀ ਗਈ ਹੈ। ਮਹਾਰਾਣੀ ਪ੍ਰਨੀਤ ਕੌਰ ਨੂੰ ਲੈ ਕੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਬਿਆਨ ਦਿੰਦੇ ਨਜ਼ਰ ਆਏ ਨੇ ਕਿ ਭਾਵੇਂ ਕੋਈ ਕੁਝ ਵੀ ਕਹਿੰਦਾ ਹੋਇਆ ਨਜ਼ਰ ਆਏ, ਲੇਕਿਨ ਹੁਣ ਪੰਜਾਬ ਕਾਂਗਰਸ ਦਾ ਹਿੱਸਾ ਨਹੀਂ ਹੈ ਮਹਾਰਾਣੀ ਪ੍ਰਨੀਤ ਕੌਰ ਔਰ ਇਸ ਨੂੰ ਲੈ ਕੇ CLP ਦੀ ਤਰਫੋਂ ਵੀ ਸਹਿਮਤੀ ਬਣੀ ਹੈ। ਛੇਤੀ ਇੱਕ ਲੈਟਰ ਜਿਹੜਾ ਉਹ ਵੀ ਜਾਰੀ ਕੀਤਾ ਜਾ ਸਕਦਾ, ਇਸ ਤਰ੍ਹਾਂ ਦੀ ਗੱਲ ਰਾਜਾ ਵੜਿੰਗ ਦੀ ਤਰਫੋਂ ਆਖੀ ਗਈ ਹੈ। ਹੋਰ ਲੀਡਰ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰ ਉਹਨਾਂ ਦਾ ਕੀ ਕੁਝ ਕਹਿਣਾ ਹੈ। ਲੇਕਿਨ ਜਿਸ ਢੰਗ ਦੇ ਨਾਲ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ, ਉਨ ਮੀਟਿੰਗਾਂ ਦੇ ਵਿੱਚ ਖਾਸ ਕਰਕੇ ਜਿਹੜਾ 4 ਤਰੀਕ ਦਾ ਪ੍ਰੋਟੈਸਟ ਹੈ ਉਸ ਦੀ ਕਿਸ ਤਰ੍ਹਾਂ ਦੀ ਤਸਵੀਰ ਵੇਖਣ ਨੂੰ ਮਿਲੇਗੀ ਔਰ ਜਿਹੜੀ ਵੱਡੀ ਹਲਚਲ ਕਾਂਗਰਸ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ, ਉਸ ਹਲਚਲ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਨਵੀਆਂ ਕੀ ਤਸਵੀਰਾਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲਣਗੀਆਂ। ਰੰਧਾਵਾ ਸਾਡੇ ਨਾਲ ਨੇ ਗੱਲਬਾਤ ਕਰਨ। ਰੰਧਾਵਾ ਸਾਹਿਬ, ਤੁਸੀਂ ਜੇਲ੍ਹ ਮੰਤਰੀ ਰਹੇ, ਉਸ ਸਮਾਂ ਵੀ ਜੇਲ੍ਹ ਜਿਹੜੇ ਨੇ ਸੁਰਖੀਆਂ ਦੇ ਵਿੱਚ ਸੀ, ਹੁਣ ਵੀ ਜੇਲ੍ਹ ਸੁਰਖੀਆਂ ਦੇ ਵਿੱਚ ਹੈ। ਤੁਹਾਡੇ ਟਾਈਮ ਤੇ ਗੱਲ ਚੱਲੀ ਕਿ ਜੇਲ੍ਹ 'ਚੋਂ ਤੁਹਾਨੂੰ ਵਧਾਈ ਆਈ ਸੀ, ਹੁਣ ਜਿਹੜੇ ਜੇਲ੍ਹ ਮੰਤਰੀ ਆ ਉਹ ਕਹਿੰਦੇ ਮੈਨੂੰ ਧਮਕੀ ਆਈ ਹੈ। ਮੇਰੇ ਵੱਲੋਂ ਵਧਾਈ, ਮੈਂ ਤੇ ਓਪਨਲੀ ਤੁਹਾਨੂੰ ਕਹਿ ਦਿੱਤਾ ਕਿ ਇਹ ਜਿਹੜੀ ਚੀਜ਼ ਹੈ ਕਿ ਜੇਲ੍ਹਾਂ ਦੇ ਵਿੱਚ ਕੀਤਾ ਔਰ ਮੈਂ ਉਸੇ ਜੇਲ੍ਹ 'ਚ ਹੀ ਗਿਆ ਤੇ ਉੱਥੋਂ ਦਾ ਜੇਲ੍ਹ ਸੁਪਰਡੈਂਟ ਮੈਂ 4 ਮਹੀਨੇ ਬਾਅਦ ਡਿਸਮਿਸ ਵੀ ਕੀਤਾ ਜਿੱਥੋਂ ਮੈਨੂੰ ਆਈ। ਤੇ ਇਹ ਵੀ ਹੁਣ ਕਰ ਦੇਣ, ਜਿਹੜੀ ਜੇਲ੍ਹ 'ਚੋਂ ਇਹਨਾਂ ਨੂੰ ਧਮਕੀ ਆਈ ਹੈ ਇਹਨਾਂ ਨੂੰ ਕਰ ਦੇਣਾ ਚਾਹੀਦਾ, ਐਕਸ਼ਨ ਕਰਨਾ ਚਾਹੀਦਾ, ਵੱਡਾ ਸਾਰਾ ਕਰਨਾ ਚਾਹੀਦਾ ਕਿ ਕਿੱਦਾਂ ਅੰਦਰ। ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਕਿ ਇਹ ਜਿਹੜੀਆਂ ਚੀਜ਼ਾਂ ਨੇ, ਮੇਰਾ ਖਿਆਲ ਆ ਮੇਰੇ ਕੋਲ ਇੰਨਾ ਰਿਕਾਰਡ ਹੈ ਨਹੀਂ ਹੁਣ, ਤੇ ਮੇਰਾ ਖਿਆਲ ਜਿੰਨੀ ਰਿਕਵਰੀ ਮੈਂ ਮੋਬਾਈਲਾਂ ਦੀ ਕੀਤੀ ਸੀ ਤੇ ਜਿੰਨੇ ਮੈਂ ਇੰਪਲੋਈਜ਼ ਡਿਮੋਟ ਕੀਤੇ ਜਾਂ ਸਸਪੈਂਡ ਕੀਤੇ, ਡਿਸਮਿਸ ਕੀਤੇ, ਜਿੰਨੇ ਮੈਂ ਕੀਤੇ ਅਜੇ ਤੇ ਇਹਨਾਂ ਨੇ ਮੇਰੇ ਖਿਆਲ ਇੱਕ ਪੂਣੇ ਵੀ ਕੱਟ ਕੇ ਨਹੀਂ ਉਹਦੇ 'ਚੋਂ ਕੱਢੀ ਜੋ ਮੈਂ ਕਰ ਗਿਆ। ਇਸ ਲਈ ਕਿਸੇ ਨੂੰ ਕਰਨਾ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਜਿਹਨੂੰ ਸੁਧਾਰ ਕਰ ਕਹਿਣਾ ਕਿ ਜਿਹੜੇ ਸੁਧਾਰਕਾਰ ਸੀ, ਮੈਂ ਜਦੋਂ ਗਿਆ ਉੱਥੇ ਕੈਦੀਆਂ ਮੈਨੂੰ ਕਿਹਾ ਕਿ ਸਾਨੂੰ ਜਿਹੜੇ ਰਾਸ਼ਨ ਜਾਂ ਰੋਟੀ ਚੰਗੀ ਨਹੀਂ ਮਿਲਦੀ, ਮੈਂ ਇਮੀਡੀਏਟਲੀ ਸਾਰਾ ਕੁਝ ਵਿਡਰਾ ਕਰਕੇ ਪ੍ਰਾਈਵੇਟ ਜਿਹੜੇ ਟੈਂਡਰ ਹੁੰਦੇ ਸੀ ਮੈਂ ਸਾਰਾ ਕੁਝ ਜਿਹੜਾ ਦੁੱਧ ਲੈਣਾ ਮਿਲਕ ਫੈਡ ਦੇਗਾ, ਚੀਨੀ ਲੈਣੀ ਸ਼ੂਗਰ ਫੈਡ ਦੇਗੀ, ਜਿਹੜੀ ਉਹ ਲੈਣਾ ਬਾਕੀ ਰਾਸ਼ਨ ਖਰੀਦਣਾ ਦਾਲਾਂ ਦੂਲਾਂ ਉਹ ਸਾਰਾ ਮਾਰਕ ਫੈਡ ਕਰੇਗਾ। ਤੋ ਇਸ ਕਰਕੇ ਸੁਧਾਰ ਕਰ ਇਹਨਾਂ ਚੀਜ਼ਾਂ ਨੂੰ ਕਹਿੰਦੇ। ਮੈਂ ਤਾਂ ਇੱਥੋਂ ਤੱਕ ਕਰ ਦਿੱਤਾ ਸੀ ਕਿ ਜਿਹੜੀਆਂ ਉਹਨਾਂ ਕੋਲ ਜਿੰਨੇ ਕੁ ਫੰਡਸ ਮਿਲਦੇ ਸੀ ਜੇਲ੍ਹਾਂ ਨੂੰ, ਉਹਨਾਂ ਦੇ ਵਿੱਚ ਜੇਲ੍ਹਾਂ ਦਾ ਪੂਰਾ ਨਹੀਂ ਸੀ ਸਾਡੇ ਕੋਲ ਹੁੰਦਾ। ਉਹ ਆਖਿਆ ਕਿ ਇਹਨਾਂ ਨੂੰ ਕਰੋ, ਨੂੰ ਪੈਟਰੋਲ ਪੰਪ ਲਾਓ, ਜਿਹੜੀ ਇਨਕਮ ਹੋਏਗੀ ਉੱਥੇ ਜੇਲ੍ਹ ਦੇ ਵਿੱਚ ਹੀ ਖਰਚੀ ਜਾਏਗੀ। ਜੇਲ੍ਹ ਬੋਰਡ ਬਣਾਇਆ ਗਿਆ ਕਿ ਸਰਕਾਰ ਕੋਲ ਪੈਸੇ ਲੈਣ ਦੀ ਜ਼ਰੂਰਤ ਨਹੀਂ, ਆਪਣੇ ਪੈਸੇ ਜਿਹੜੇ ਆਪ ਜਨਰੇਟ ਕਰੋ, ਸੁਧਾਰ ਕਰ ਇਹਨੂੰ ਕਿਹਾ ਜਾਂਦਾ। ਤੁਸੀਂ ਆ ਚੀਜ਼ਾਂ ਗਣਵਾ ਰਹੇ ਹੋ, ਲੇਕਿਨ ਸਰਕਾਰ ਕਹਿੰਦੀ ਹੈ ਕਿ VVIP ਟ੍ਰੀਟਮੈਂਟ ਦਿੱਤੇ ਗਏ ਵੱਡੇ ਕੈਦੀ। ਇਹ ਤੇ ਮੇਰੇ ਖਿਆਲ ਇੱਦਾਂ ਦਾ VIP ਟ੍ਰੀਟਮੈਂਟ ਕਿਉਂਕਿ ਇਹਨਾਂ ਦਾ ਚੱਲ ਰਿਹਾ ਅੱਜ ਕੱਲ੍ਹ ਕਿ ਤੁਸੀਂ ਵੇਖਦੇ ਹੋ ਕਿ ਜਿਸ ਤਰ੍ਹਾਂ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਜਾਂ ਕੋਈ ਹੋਰ ਕਿਤੇ ਜਾਣਾ, ਇੰਨੀ ਸਿਕਿਉਰਿਟੀ ਤੇ ਕਦੀ ਕੈਪਟਨ ਅਮਰਿੰਦਰ ਸਿੰਘ ਹੋਣੇ ਵੀ ਜਦੋਂ ਛਾਂਦੇ ਸੀ ਉਹ ਵੀ ਕਈ ਵਾਰ ਮੇਰੇ ਖਿਆਲ ਇਕੱਲੇ ਗੱਡੀ 'ਚ ਬੈਠ ਕੇ ਸਾਡੇ ਨਾਲ ਵੀ ਨਿਕਲ ਜਾਂਦੇ ਸੀ ਕਿ ਆਓ ਚੱਲੀਏ। ਕੈਦੀਆਂ ਨੂੰ ਕਹਿੰਦੇ ਕਿ VVIP ਟ੍ਰੀਟਮੈਂਟ ਦਿੱਤੇ ਗਏ। ਡੈਫੀਨੇਸ਼ਨ ਤੇ ਪਹਿਲਾਂ ਦੇਣ ਜਿਹੜੀ ਕਰਦੀਆਂ, ਇਹ ਤੇ ਇਹ ਵੀ ਕਹਿੰਦੇ ਸੀ ਕਿ ਬਿਕਰਮ ਮਜੀਠੀਆ ਨੂੰ VVIP ਟ੍ਰੀਟਮੈਂਟ ਦਿੱਤਾ, ਕਿਉਂ ਨਹੀਂ ਐਕਸ਼ਨ ਲਿਆ? ਲੈਣਾ ਬਣਦਾ ਸੀ ਨਾ, ਇਹੋ ਹੀ ਆਈ ਸੀ ਨਾ ਸਟੇਟਮੈਂਟ ਕਿ ਇਹਨੂੰ ਬਿਕਰਮ ਮਜੀਠੀਆ ਨੂੰ ਮੰਤਰੀ ਜੀ ਆਪ ਗਏ ਸੀ। ਤੇ ਜੇ VVIP ਟ੍ਰੀਟਮੈਂਟ ਹੁੰਦਾ ਤੇ ਉਹਨਾਂ ਬੰਦਿਆਂ ਤੇ ਐਕਸ਼ਨ ਕਿਉਂ ਨਹੀਂ ਲਿਆ ਜਾ ਰਿਹਾ? ਇਹਦੇ 'ਚ ਮੰਤਰੀ ਜੀ ਤੁਸੀਂ ਪੁੱਛ ਲਿਓ ਉਹਨੂੰ ਕਿਉਂ ਨਹੀਂ ਲੈ ਰਹੇ। ਰੰਧਾਵਾ ਸਾਹਿਬ, ਹੁਣ ਕੋਟਕਪੁਰਾ ਗੋਲੀकांड ਮਾਮਲੇ ਦੀ ਜਾਂਚ ਮੁੜ ਤੋਂ ਸ਼ੁਰੂ ਹੋ ਰਹੀ ਹੈ। ਸੁਖਬੀਰ ਬਾਦਲ ਨੂੰ ਸਮਨ ਕੀਤਾ ਗਿਆ ਸੀ, ਹਾਲਾਂਕਿ ਅੱਜ ਉਹ ਪੇਸ਼ ਨਹੀਂ ਹੋਏ, ਕਹਿੰਦੇ ਮੇਰੇ ਕਿਤੇ ਹੋਰ ਰੁਝੇਵੇਂ ਸੀ ਔਰ ਮੈਨੂੰ ਸਮਨ ਨਹੀਂ ਮਿਲਿਆ। ਸਿੱਧੇ ਤੌਰ ਤੇ ਮਹਿੰਦਰਪਾਲ ਬਿੱਟੂ ਦੀ ਹੱਤਿਆ ਦਾ ਮਾਮਲਾ ਵੀ ਉੱਭਰਦਾ ਹੋਇਆ ਨਜ਼ਰ ਆ ਰਿਹਾ, ਕਹਿੰਦੇ ਜੇਲ੍ਹ ਦੇ ਵਿੱਚ ਹੱਤਿਆ ਹੋਈ ਸੀ ਔਰ ਇਹਦੇ 'ਚ ਦੇਖੋ ਇਹ ਤੇ ਉਹ ਗਏ ਨੇ ਹਾਈ ਕੋਰਟ 'ਚ, ਮਹਿੰਦਰਪਾਲ ਬਿੱਟੂ ਗਿਆ, ਉਹ ਆਰਡਰ ਪੜ੍ਹ ਲਿਓ, ਉਹਦੇ ਜੇ ਮੇਰਾ ਨਾ ਹੋਏ ਤਾਂ ਮੈਂ ਤੁਹਾਨੂੰ ਜ਼ਰੂਰ ਜਵਾਬ ਦੇਵਾਂਗਾ। ਲੇਕਿਨ ਓਵਰਆਲ ਇਸ ਪੂਰੇ ਗੋਲੀकांड ਨੂੰ ਲੈ ਕੇ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈ ਉਸ ਨੂੰ ਕਿੱਦਾਂ ਦੇਖਦੇ ਹੋ ਹੁਣ ਤੁਸੀਂ? ਕਿਆ ਇਨਸਾਫ ਮਿਲ ਪਾਊਗਾ ਇਸ ਤਰ੍ਹਾਂ ਦੀ ਇਨਵੈਸਟੀਗੇਸ਼ਨਾਂ ਨਾਲ? ਵੇਖੋ ਇਨਸਾਫ ਤੇ ਦੇਣਾ ਗਵਰਨਮੈਂਟ ਦੇ ਹੱਥ 'ਚ ਹੁੰਦਾ। ਸਾਡੇ ਟਾਈਮ ਦੇ ਉੱਤੇ ਇਹਨਾਂ ਨੇ ਲਿਖਿਆ ਕਿ ਅਣਪਛਾਤੇ ਜਿਹੜੇ ਨੇ ਉਹਨਾਂ ਨੇ ਗੋਲੀ ਚਲਾ ਦਿੱਤੀ। ਕੁੰਵਰ ਵਿਜੇ ਪ੍ਰਤਾਪ ਉਸ ਕਮੇਟੀ ਦੇ ਮੈਂਬਰ ਸੀਗੇ ਔਰ ਮੈਨੂੰ ਪਤਾ ਜਾਂ ਕੁੰਵਰ ਵਿਜੇ ਪ੍ਰਤਾਪ ਤੇ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੂੰ ਪਤਾ ਕਿ ਉਸ ਟਾਈਮ ਦਾ SSP, ਉਸ ਟਾਈਮ ਦਾ IG
ਕਿਵੇਂ ਕਿੰਨਾ ਪ੍ਰੈਸ਼ਰ ਸੀਗਾ, ਫਿਰ ਵੀ ਅਰੈਸਟ ਕੀਤੇ। ਕਦੀ ਪੁਲਿਸ ਵੀ ਅਣਪਛਾਤੀ ਹੋਈ ਆ, ਕਿਹਦੇ ਕਹਿੰਦੇ ਗੋਲੀ ਚੱਲੀ, ਕਿਹਦੇ ਚੈਨ ਤੇ ਸਭ ਕੁਝ ਹੋਇਆ, ਤੇ ਕੌਣ ਉਸ ਵੇਲੇ ਸੀਗਾ ਇਹ ਤੇ ਮੇਰਾ ਖਿਆਲ ਕਿ ਉਸ ਟਾਈਮ ਇਹਨਾਂ ਦੀ ਵੀ ਇਨਵੈਸਟੀਗੇਸ਼ਨ ਹੋਈ ਸੀ ਸੁਖਬੀਰ ਹੋਣਾ ਦੀ ਤੇ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਕਿਉਂਕਿ ਉੱਥੇ ਆਪ ਕਹੀ ਕਿ ਉਹਨਾਂ ਆਖਿਆ ਮੇਰੀ ਏਜ ਜਿਹੜੀ ਆ ਉਹ ਅਲਾਉ ਨਹੀਂ ਕਰਦੀ ਤੇ ਤੁਸੀਂ ਇੱਥੇ ਆ ਜਾਓ, ਉੱਥੇ ਜਾ ਕੇ ਕੀਤੀ। ਤੇ ਉਸ ਵੇਲੇ ਮੇਰੇ ਖਿਆਲ ਕੁੰਵਰ ਹੋਣਾ ਜੇ ਬਾਕੀਆਂ ਦੇ ਚਲਾਨ ਦੇ ਵਿੱਚ ਨਾ ਪੇਸ਼ ਕੀਤੇ ਤੇ ਇਹ ਵੀ ਕਰ ਦੇਣਾ ਚਾਹੀਦਾ ਸੀ। ਨੈਗਲੀਜੈਂਸੀ ਇਹ ਤਾਂ ਕੁੰਵਰ ਵਿਜੇ ਇਸ ਦੇ ਨਾਲ ਇਹ ਕੇਸ ਜਿਹੜਾ ਕਮਜ਼ੋਰ ਪੌੜੀ ਇਹ ਮੇਰੇ ਖਿਆਲ ਦੱਸ ਸਕਦਾ, ਕਿਉਂਕਿ ਉਹਨਾਂ ਨੇ ਇੱਕ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਗੱਲ ਕਹੀ ਸੀ ਕਿ ਨਾ ਮੈਂ ਕਿਸੇ ਮਿਨਿਸਟਰ ਦੇ ਰਾਹੀਂ ਤੁਹਾਨੂੰ ਮਿਲਾਂਗਾ ਤੇ ਨਾ ਉਸ ਟਾਈਮ ਕੋਈ ਮਿਨਿਸਟਰ ਤੁਹਾਡੇ ਕੋਲ ਬੈਠਾ ਹੋਏਗਾ, ਮੈਂ ਤੁਹਾਡੇ ਨਾਲ ਡਾਇਰੈਕਟ ਕਰਾਂਗਾ। ਇਹ ਕੈਪਟਨ ਅਮਰਿੰਦਰ ਸਿੰਘ ਜਾਂ ਕੁੰਵਰ ਵਿਜੇ ਪ੍ਰਤਾਪ ਦੋਵੇਂ ਦੱਸ ਸਕਦੇ ਆ। ਉਹਦੇ ਬਾਅਦ ਮੇਰੇ ਖਿਆਲ 26 ਜੁਲਾਈ ਤੋਂ ਬਾਅਦ ਅਸੀਂ ਕਦੀ ਉਸ ਮੀਟਿੰਗ 'ਚ ਵੀ ਨਹੀਂ ਗਏ 2020। ਇੱਕ ਆਖਰੀ ਸਵਾਲ, ਮਹਾਰਾਣੀ ਪ੍ਰਨੀਤ ਕੌਰ ਦੇ ਬਾਰੇ ਕਹਿ ਦਿੱਤਾ ਗਿਆ ਪ੍ਰਧਾਨ ਸਾਹਿਬ ਨੇ ਕਿ ਹੁਣ ਉਹ ਕਾਂਗਰਸ ਦਾ ਹਿੱਸਾ ਨਹੀਂ ਹੈ, ਸੀਐਲਪੀ ਦੇ ਵਿੱਚ ਸਹਿਮਤੀ ਬਣ ਗਈ। ਇੱਥੇ ਸਾਰੀ ਜਿਹੜੀ ਸਾਡੀ ਮੀਟਿੰਗ ਹੋਈ ਹੈ ਇਹਦੇ 'ਚ ਇੱਕ ਕੀਤਾ ਕਿ ਜਿਹੜੇ ਇਨਡਿਸਪਲਿਨ ਦੇ ਵਿੱਚ ਇੰਤਹਾ ਕਰ ਦਿੱਤੀ ਆ, ਤੇ ਉਹਨਾਂ ਨੂੰ ਵੀ ਚਾਹੀਦਾ ਕਿ ਪਾਰਟੀ ਵਿੱਚ ਸਿਰਫ ਇੱਕ ਮੇਰਾ ਖਿਆਲ ਕਿ ਇਹਦੇ ਵੱਡੇ ਮੁਕਾਮ ਤੇ ਪਹੁੰਚ ਕੇ ਮਿਨਿਸਟਰ ਐਕਸਟਰਨਲ ਅਫੇਅਰਸ ਮਿਨਿਸਟਰ ਰਹਿ ਕੇ ਚੀਫ ਮਿਨਿਸਟਰ ਦੀ ਵਾਈਫ ਬਣ ਕੇ ਤੇ ਅੱਜ ਵੀ ਇੱਕ ਪਾਰਲੀਮੈਂਟ ਮੈਂਬਰ ਲਈ ਤਰਲੇ ਲੈਂਦੇ ਫਿਰਦੇ, ਛੱਡ ਕੇ ਗਾਂਹ ਜਾਣ, ਅੱਗੇ ਇਲੈਕਸ਼ਨ ਆ ਜੂ। ਲੇਕਿਨ ਕਾਂਗਰਸ ਦੀ ਕਿਉਂ ਮਜਬੂਰੀ ਹੈ, ਕਿਉਂ ਨੋਟਿਸ ਨਹੀਂ ਜਾ ਰਹੇ? ਸੰਦੀਪ ਜਾਖੜ ਦੀ ਗੱਲ ਕਰੀਏ, ਮਹਾਰਾਣੀ ਪ੍ਰਨੀਤ ਕੌਰ ਦੀ ਗੱਲ ਉਹ ਇਹ ਚਾਹੁੰਦੇ ਨੇ ਕਿ ਸਾਨੂੰ ਕੱਢ ਦੇਣ ਤੇ ਅਸੀਂ ਬੀਜੇਪੀ ਜੁਆਇਨ ਕਰ ਲਈਏ, ਪਰ ਉਹਨਾਂ ਨੂੰ ਆਪਣਾ ਕੁਲਦੀਪ ਬਿਸ਼ਨੋਈ ਵਾਂਗੂ ਆਪਣਾ ਕਰੈਕਟਰ ਰੱਖਣਾ ਚਾਹੀਦਾ। ਪਹਿਲਾਂ ਪਾਰਟੀ ਚੋਂ ਰਿਜ਼ਾਈਨ ਕਰ ਤੇ ਫਿਰ ਦੂਜੀ ਪਾਰਟੀ ਜੁਆਇਨ ਕਰ ਲੈਣ। ਤਿਵਾਰੀ ਤੇ ਸੁਖਪਾਲ ਖਹਿਰਾ ਬਾਰੇ ਕੀ ਕਹਿਣਾ ਚਾਹੋ? ਇਹ ਤੇ ਜਿਹੜੇ ਆਏ ਨੇ ਉਹਦੇ 'ਚ ਕਿਹਾ ਕਿ ਇਹ ਡਿਸਪਲਿਨ ਜਿਹੜਾ ਇਹ ਇੰਪੋਜ਼ ਕਰੋ, ਇਹ ਹਾਈ ਕਮਾਂਡ ਨੂੰ ਅਪੀਲ ਕੀਤੀ ਗਈ ਹੈ। ਇਨ ਸਾਰਿਆਂ ਦੇ ਨਾਂ ਹੈ ਉਸ ਬਿਲਕੁਲ ਨਹੀਂ, ਇਹਦੇ 'ਚ ਨਾਂ ਨਹੀਂ, ਟੋਟਲ ਜਿਹੜੇ ਹੈਗੇ ਨੇ ਜਿਹੜੇ ਪਾਰਟੀ ਦੇ ਅਗੇਂਸਟ ਬੋਲਦੇ ਆ, ਜਿੱਦਾਂ ਮਰਜ਼ੀ ਲੀਡਰ ਆ, ਉਹਨਾਂ ਸਾਰਿਆਂ ਦਾ ਇੱਥੇ ਕਿਹਾ ਕਿ ਯੂਨੈਨਿਮਸਲੀ ਸਾਰੇ ਹੱਥ ਖੜੇ ਕੀਤੇ ਨੇ ਕਿ ਹਾਈ ਕਮਾਂਡ ਨੂੰ ਕਹੋ ਕਿ ਐਕਸ਼ਨ ਕਰੋ, ਪੰਜਾਬ ਕਾਂਗਰਸ ਨੂੰ ਖਤਮ ਨਾ ਕਰੋ। ਬਿਲਕੁਲ ਦੇਖੋ, ਸੁਖਜਿੰਦਰ ਸਿੰਘ ਰੰਧਾਵਾ ਸਾਡੇ ਨਾਲ ਸੀ ਜਿਹੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਜਿਸ ਢੰਗ ਦੇ ਨਾਲ ਕਾਂਗਰਸ ਦਾ ਡਿਸਪਲਿਨ ਜਿਹੜਾ ਭੰਗ ਹੁੰਦਾ ਨਜ਼ਰ ਆ ਰਿਹਾ ਤੇ ਉਸ ਡਿਸਪਲਿਨ ਨੂੰ ਲੈ ਕੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਗਿਆ ਹੈ ਕਿ ਕਾਂਗਰਸ ਹਾਈ ਕਮਾਨ ਨੂੰ ਲੈਟਰ ਭੇਜਿਆ ਜਾਏ ਕਿ ਜਿਹੜੇ ਡਿਸਪਲਿਨ ਭੰਗ ਕਰ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਏ। ਇਸ ਤੋਂ ਇਲਾਵਾ 4 ਤਰੀਕ ਦੀ ਰਣਨੀਤੀ ਬਣਦੀ ਨਜ਼ਰ ਆਈ ਹੈ। ਇੱਕ ਤੁਹਾਨੂੰ ਪੰਫਲੇਟ ਵੀ ਵਿਖਾ ਦਿੰਦੇ ਹਾਂ, ਚਲੋ ਦਿੱਲੀ 4 ਸਤੰਬਰ 2022। ਸਰਸੋਂ ਦਾ ਤੇਲ 2014 ਦੇ ਵਿੱਚ 90 ਰੁਪਏ ਪ੍ਰਤੀ ਲੀਟਰ, 2022 ਦੇ ਵਿੱਚ 200 ਰੁਪਏ ਪ੍ਰਤੀ ਲੀਟਰ। ਇਸ ਤਰ੍ਹਾਂ ਦੀ ਗੱਲ ਇਸ ਦੇ ਵਿੱਚ ਕਹੀ ਗਈ ਹੈ, ਯਾਨੀ ਇਸ ਤਰ੍ਹਾਂ ਦੇ ਪੋਸਟਰਾਂ ਰਾਹੀਂ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣੀ ਹੈ ਕਾਂਗਰਸ ਦੀ। ਹੋਰ ਕਈ ਵੱਡੇ ਮਸਲੇ ਹੈ, ਵੇਖਣ ਵਾਲੀ ਗੱਲ ਰਹੇਗੀ ਕਿ ਪੰਜਾਬ ਦੀ ਪੱਖ ਦੀ ਸਿਆਸਤ ਜਿਹੜੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਨਵੇਂ ਰੰਗ ਵਿਖਾਉਂਦੀ ਹੈ। ਕੈਮਰਾਮੈਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 9643503221।